भी गए हाँ, ओदी वोटी को भी मेरी फैल पई आ। ਉਹਨੇ ਕਿਹਾ मैं अंदर थोड़ा होना वा। मैं कहा तू नहीं होना तो फिर सानू कर दे। ना सिद्धू ने अज तक आडे मत्थे लगा वा, ना ही ओदी वोटी लगी है। जे वोटी लगदी है तो कोई कहता कर दी आ। सानू गरीबां नूं कोई नहीं पुछदा, असीं वोट किसे नूं नहीं देनी, जिहड़ा साडा साथ दऊ असीं ओहदा दांगे। ना वोटां वास्ते आए आ, ना काहे वास्ते आए, कोई नहीं साडे कोल वड़िया। ਕੱਢਣਾ ਨਾ ਪਾਣੀ ਮਹੀਨੇ ਬਾਅਦ ਕਢਾਉਣਾ। ਇਹ ਤੁਹਾਨੂੰ ਭੁੱਲ ਹੀ ਗਏ? ਵੈਸੇ ਹੀ ਕਾਉਂਸਲਰ ਆਉਂਦਾ ਇਲੈਕਸ਼ਨ ਦੇ ਟਾਈਮ ਤੇ ਜਾਂ ਹੁਣ ਕੋਈ ਵੀ ਨਹੀਂ? ਨਾ ਕੋਈ ਨਹੀਂ ਆਉਂਦਾ। ਤੁਸੀਂ ਦੇਖ ਰਹੇ ਹੋ ਲਾਈਵ ਭਾਰਤ। ਅੱਜ ਸਾਡੀ ਟੀਮ ਪਹੁੰਚੀ ਹੈ ਗਰਾਊਂਡ ਸਰਵੇ ਲਈ ਤੇ ਆਪਾਂ ਪਹੁੰਚੇ ਹਾਂ ਗੁਰੂ ਤੇਗ ਬਹਾਦਰ ਨਗਰ ਸੁਧਾਰ ਟਰਸਟ। ਤੇ ਨਗਰ ਸੁਧਾਰ ਟਰਸਟ ਦਾ ਨਗਰ ਸੁਧਾਰ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਇਹ ਜੋ ਫਲੈਟ ਬਣੇ ਆ ਨਗਰ ਸੁਧਾਰ ਟਰਸਟ ਵੱਲੋਂ ਬਣੇ ਆ ਤੇ ਨਗਰ ਸੁਧਾਰ ਟਰਸਟ ਦੇ ਬਣੇ ਹੋਏ ਫਲੈਟਾਂ ਦੀ ਕੀ ਕਾਰਗੁਜ਼ਾਰੀ ਹੈ, ਕਿੰਨੇ ਵਧੀਆ ਤਰੀਕੇ ਨਾਲ ਫਲੈਟ ਬਣੇ ਆ, ਇਹਦੀ ਮੈਂ ਕਿਸ ਤਰ੍ਹਾਂ ਤਾਰੀਫ ਕਰਾਂ। ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ। ਬਣੇ ਫਲੈਟ ਦੀ ਜ਼ਮੀਨ ਥੱਲੇ ਧੱਸਦੀ ਜਾ ਰਹੀ ਹੈ ਤੇ ਜੇ ਜ਼ਮੀਨ ਥੱਲੇ ਧੱਸਦੀ ਜਾ ਰਹੀ ਹੈ ਤਾਂ ਤੁਸੀਂ ਇਹ ਬਿਲਡਿੰਗ ਦੀ ਮਜ਼ਬੂਤੀ ਦਾ ਅੰਦਾਜ਼ਾ ਇੱਥੇ ਦੀ ਧੱਸਦੀ ਜ਼ਮੀਨ ਨਾਲ ਲਗਾ ਸਕਦੇ ਹੋ ਕਿ ਕਿੰਨੀ ਕਿ ਮਜ਼ਬੂਤ ਬਿਲਡਿੰਗ ਹੋਏਗੀ ਤੇ ਕਿੰਨੇ ਕਿ ਮਜ਼ਬੂਤ ਇੱਥੇ ਦੇ ਕਾਰੀਗਰ ਹੋਣਗੇ ਜਿਨ੍ਹਾਂ ਨੇ ਐਡੀ ਵਧੀਆ ਬਿਲਡਿੰਗ ਬਣਾ ਦਿੱਤੀ ਜਿਸ ਦੀ ਜ਼ਮੀਨ ਥੱਲੇ ਧੱਸਦੀ ਜਾ ਰਹੀ ਹੈ। ਦੂਸਰਾ ਇੱਥੇ ਹੋਰ ਮੁੱਦਾ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ, ਸੀਵਰੇਜ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈਗਾ। ਇਲਾਕਾ ਇਹ ਨਵਜੋਤ ਸਿੰਘ ਸਿੱਧੂ ਦਾ ਈਸਟ ਅੰਮ੍ਰਿਤਸਰ ਦੇ ਈਸਟ ਕੌਂਸਟੀਟਿਊਂਸੀ ਦਾ ਏਰੀਆ ਹੈਗਾ ਜੇ ਇਲਾਕਾ ਨਵਜੋਤ ਸਿੰਘ ਸਿੱਧੂ। ਅਜੀਤ ਸਿੰਘ ਭਾਟੀਆ ਇੱਥੇ ਦੇ ਕੌਂਸਲਰ ਹਨ ਤੇ ਨਾ ਹੀ ਇੱਥੇ ਦੇ ਕੌਂਸਲਰ ਕਦੇ ਇੱਥੇ ਦੇ ਲੋਕਾਂ ਦੀ ਸਾਰ ਲੈਂਦੇ ਹਨ ਤੇ ਨਾ ਹੀ ਨਵਜੋਤ ਸਿੰਘ ਸਿੱਧੂ ਨੂੰ ਕਦੇ ਦੇਖਿਆ। ਕਿ ਤੁਸੀਂ ਇਸ ਤੋਂ ਪਹਿਲਾਂ ਕੌਂਸਲਰ ਜਾਂ ਤੁਹਾਡਾ MLA ਤੁਹਾਡੇ ਏਰੀਆ 'ਚ ਆਇਆ? ਕੋਈ ਨਹੀਂ ਆਇਆ ਸਾਡੇ, ਕਿਸੇ ਨੇ ਸਾਡੀ ਬਾਤ ਨਹੀਂ ਪੁੱਛੀ, ਕਿਸੇ ਨੇ ਸਾਡਾ ਪਤਾ ਨਹੀਂ ਲਿਆ ਵੀ ਤੁਸੀਂ ਇੱਥੇ ਉਹਦੇ ਵਾਸੀ ਹੈਗੇ ਜੀ ਕਿ ਕਿੱਥੋਂ ਦੇ ਹੈਗੇ ਜੋ। ਹੁਣ ਵੋਟਾਂ ਮੰਗਣ ਨਹੀਂ ਆਏ? ਨਾ ਵੋਟਾਂ ਵਾਸਤੇ ਆਏ ਆ, ਨਾ ਕਾਹੇ ਵਾਸਤੇ ਆਏ, ਕੋਈ ਨਹੀਂ ਸਾਡੇ ਕੋਲ ਵੜਿਆ। ਕੱਢਣਾ ਨਾ ਪਾਣੀ ਮਹੀਨੇ ਬਾਅਦ ਕਢਾਉਣਾ। ਇਹ ਤੁਹਾਨੂੰ ਭੁੱਲ ਹੀ ਗਏ? ਵੈਸੇ ਹੀ ਕਾਉਂਸਲਰ ਆਉਂਦਾ ਇਲੈਕਸ਼ਨ ਦੇ ਟਾਈਮ ਤੇ ਜਾਂ ਹੁਣ ਕੋਈ ਵੀ ਨਹੀਂ? ਨਾ ਕੋਈ ਨਹੀਂ ਆਉਂਦਾ। ਇਹ ਇੱਕ ਅਨੋਖੀ ਗੱਲ ਨਿਕਲ ਕੇ ਆਈ ਹੈ ਕਿ ਇੱਥੇ ਵੋਟ ਲੈਣ ਵੀ ਨਹੀਂ ਆਉਂਦੇ ਤੇ ਜੇ ਵੋਟ ਲੈਣ ਵੀ ਨਹੀਂ ਆਉਂਦੇ ਤਾਂ ਸੁਧਾਰ ਕਿੱਥੋਂ ਕਰਨਗੇ? ਵੋਟਾਂ ਬਣੀਆਂ, ਤੁਸੀਂ ਵੋਟ ਕਿਹਨੂੰ ਪਾਉਂਦੇ ਹੋ? ਜਿਹੜਾ ਸਾਡਾ ਸਾਥ ਦੇਵੇ। ਹੁਣ ਕਿਹਨੂੰ ਪਾਓਗੇ? ਹੁਣ ਜਿਹੜਾ ਸਾਡਾ ਸਾਥ ਦੇਵੇ, ਜਿਹੜਾ ਸਾਨੂੰ ਜਗ੍ਹਾ ਦੇਵੇ। ਇਸ ਤੋਂ ਪਹਿਲਾਂ ਤੁਹਾਡੇ ਕੋਲ ਕੋਈ ਆਇਆ? ਕੋਈ ਵੀ ਪਾਰਟੀ ਤੋਂ ਆਇਆ? ਕੋਈ ਪਾਰਟੀ ਨਹੀਂ ਆਈ। ਕੋਈ ਪਾਰਟੀ ਨਹੀਂ ਆਈ? ਨਹੀਂ ਕੋਈ ਪਾਰਟੀ ਨਹੀਂ ਆਈ ਸਾਡੇ ਕੋਲ, ਕੋਈ ਪਾਰਟੀ। ਸਾਨੂੰ ਛੱਤ ਚਾਹੀਦੀ ਆ। ਤੇ ਤੁਸੀਂ ਵੋਟ ਕਿਹਨੂੰ ਪਾਓਗੇ ਫਿਰ? ਜਿਹੜਾ ਸਾਨੂੰ ਜਗ੍ਹਾ ਦੇ ਦਿਓ, ਜਿਹੜਾ ਸਾਨੂੰ ਜਗ੍ਹਾ ਦੇ ਦਿਓ ਗਰੀਬਾਂ ਨੂੰ। ਤੁਹਾਨੂੰ ਜਗ੍ਹਾ ਦੇ ਦੇਗਾ ਪਰ ਤੁਹਾਡੇ ਕੋਲ ਕੋਈ ਆਇਆ ਜਾਂ ਤੁਸੀਂ ਕਿਸੇ ਕੋ ਗਏ? ਨਹੀਂ ਅਸੀਂ ਨਹੀਂ ਹਲੇ ਗਏ। ਅਸੀਂ ਜਾਣੇ ਆ ਤੇ ਸਾਡੀ ਕੋਈ ਸੁਣਦਾ ਹੀ ਨਹੀਂ। ਸਿੱਧੂ ਕੋ ਵੀ ਗਏ ਹਾਂ, ਉਹਦੀ ਵੋਟੀ ਕੋ ਵੀ ਮੇਰੀ ਫੈਲ ਪਈ ਆ। ਉਹਨੇ ਕਿਹਾ मैं अंदर थोड़ा होना वा। मैं कहा तू नहीं होना तो फिर सानू कर दे, सानू जगह चाहिए। सिद्धू दी वोटी ने एक गल कही आ, मैं ਉਹਦੇ ਮੂੰਹ ਤੇ ਵੀ ਕਹਾਂਗੀ। ਅੰਦਰ ਹੋਣ ਦੀ ਗੱਲ? ਹਾਂ ਇਹਨੇ ਕਿਹਾ। ਅਜੇ ਮੇਰੀਆਂ ਨਾਲ 10 ਬੀਬੀਆਂ ਨਾਲ ਹੀ ਜਿਹੜੀਆਂ ਉੱਥੇ ਫੈਲ ਦੇਣ ਗਈਆਂ ਵਾ। ਉਹਨੇ ਸਾਡੀ ਬਿਲਕੁਲ ਨਹੀਂ ਸੁਣੀ। ਨਾ ਸਿੱਧੂ ਨੇ ਅੱਜ ਤੱਕ ਆਡੇ ਮੱਥੇ ਲੱਗਾ ਵਾ, ਨਾ ਹੀ ਉਹਦੀ ਵੋਟੀ ਲੱਗੀ ਹੈ। ਜੇ ਵੋਟੀ ਲੱਗਦੀ ਹੈ ਤਾਂ ਕੋਈ कहता ਕਰਦੀ ਆ। ਸਾਨੂੰ ਗਰੀਬਾਂ ਨੂੰ ਕੋਈ ਨਹੀਂ ਪੁੱਛਦਾ, ਅਸੀਂ ਵੋਟ ਕਿਸੇ ਨੂੰ ਨਹੀਂ ਦੇਣੀ, ਜਿਹੜਾ ਸਾਡਾ ਸਾਥ ਦਊ ਅਸੀਂ ਉਹਦਾ ਦਾਂਗੇ। ਜਿਹੜਾ ਸਾਥ ਦੇਗਾ ਉਹਨੂੰ ਵੋਟ ਦੇਣਗੇ। ਇੱਥੇ ਦੇ ਲੋਕਾਂ ਨੇ ਮਨ ਬਣਾਇਆ ਕਿ ਜਿਹੜਾ ਸਾਥ ਦੇਗਾ ਤੇ ਤੁਸੀਂ ਕਿਹਨੂੰ ਵੋਟ ਪਾਓਗੇ? ਅਜੇ ਤਾਂ ਅਸੀਂ ਕਿਸੇ ਨੂੰ ਨਹੀਂ ਪਾਣੀ ਜਿੰਨਾ ਚਿਰ ਅਸੀਂ ਖੱਜਲ ਹੋਣ ਡੇ। ਵੋਟ ਕਿਸੇ ਨੂੰ ਨਹੀਂ ਪਾਣੀ ਹਜੇ ਵੋਟ ਕਿਸੇ ਨੇ ਨਹੀਂ ਪਾਣੀ। ਪਰ ਆਪਾਂ ਦਿਖਾ ਰਹੇ ਹਾਂ ਸੂਰਤ ਹਾਲਾਤ ਇੱਥੇ ਕਿ ਕਿਸ ਤਰ੍ਹਾਂ ਲੋਕ ਆਪਣੀ ਜ਼ਿੰਦਗੀ ਦਾ ਗੁਜ਼ਰ ਬਸਰ ਕਰ ਰਹੇ ਹਨ। ਇੱਥੇ ਨਾ ਤਾਂ ਸੁਵਿਧਾ ਪਾਣੀ ਦੀ ਹੈ, ਨਾ ਸੀਵਰੇਜ ਦੀ ਨਿਕਾਸੀ ਦੀ। ਜੋ ਬਿਲਡਿੰਗ ਨਗਰ ਸੁਧਾਰ ਟਰਸਟ ਵੱਲੋਂ ਬਣਾ ਕੇ ਦਿੱਤੀ ਗਈ ਉਸ ਦਾ ਇੰਨਾ ਕੁ ਸੁਧਾਰ ਹੈ ਕਿ ਜ਼ਮੀਨੀ ਸਤਰ 'ਤੇ ਦੇਖਿਆ ਜਾਵੇ ਤਾਂ ਬਿਲਡਿੰਗ ਦੀ ਜ਼ਮੀਨ ਥੱਲੇ ਧੱਸਦੀ ਨਜ਼ਰ ਆ ਰਹੀ ਹੈ। ਤੁਸੀਂ ਤਸਵੀਰਾਂ ਦੇਖ ਰਹੇ ਹੋ ਲਾਈਵ ਭਾਰਤ 'ਤੇ। ਇੱਥੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਬਿਲਡਿੰਗ ਦੇ ਹਾਲਾਤ ਇਸ ਕਦਰ ਹਨ ਕਿ ਇਸ ਦੀ ਜ਼ਮੀਨ ਥੱਲੇ ਧੱਸਦੀ ਨਜ਼ਰ ਆ ਰਹੀ ਹੈ। ਤੇ ਜ਼ਮੀਨ ਥੱਲੇ ਜੇ ਜਿਸ ਬਿਲਡਿੰਗ ਦੀ ਧੱਸਦੀ ਹੋਵੇ ਉਸ ਬਿਲਡਿੰਗ ਦੀ ਮਜ਼ਬੂਤੀ ਕਿੰਨੀ ਕੀ ਹੋਏਗੀ ਇਹਦਾ ਤੁਸੀਂ ਅੰਦਾਜ਼ਾ ਆਪਣੇ ਆਪ ਲਗਾ ਸਕਦੇ ਹੋ। ਪਰ ਜਿਸ ਤਰ੍ਹਾਂ ਇੱਥੇ ਦੇ ਲੋਕਾਂ ਦਾ ਕਹਿਣਾ ਹੈ ਕਿ ਨਾ ਤੇ ਇੱਥੇ ਕਿਸੇ MP MLA ਨੇ ਸਾਰ ਲਿੱਤੀ, ਨਾ ਹੀ ਇੱਥੋਂ ਦੇ ਕੌਂਸਲਰ ਨੇ ਕਦੇ ਇਹਨਾਂ ਦੀ ਬਾਤ ਪੁੱਛੀ। ਤੇ ਇਹ ਇੱਥੇ ਦੇ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਜੋ ਇਹਨਾਂ ਦੇ ਹੱਕ ਦੀ ਲੜਾਈ ਲੜੇਗਾ, ਜੋ ਇਹਨਾਂ ਦੇ ਹੱਕ ਦੇ ਵਿੱਚ ਆਏਗਾ, ਅਸੀਂ ਉਸ ਦੇ ਨਾਲ ਤੁਰਾਂਗੇ। ਫਿਲਹਾਲ ਇਹਨਾਂ ਵੱਲੋਂ ਕਿਸੇ ਵੀ ਪਾਰਟੀ ਨੇ ਆ ਕੇ ਇਹਨਾਂ ਦੀ ਸਾਰ ਨਹੀਂ ਲਈ ਤੇ ਨਾ ਹੀ ਕਿਸੇ ਨੇ ਇਹਨਾਂ ਦੇ ਹੱਕ ਦੀ ਗੱਲ ਕੀਤੀ। ਤੁਸੀਂ ਸਾਹਮਣੇ ਦੇਖ ਰਹੇ ਹੋ ਜੋ ਪਾਰਕ ਹੈ ਨਗਰ ਸੁਧਾਰ ਟਰਸਟ ਵੱਲੋਂ ਪਾਰਕ ਬਣਾਇਆ ਗਿਆ। ਇਸ ਪਾਰਕ ਦੇ ਵਿੱਚ ਬੱਚੇ ਖੇਡਣੇ ਚਾਹੀਦੇ ਸਨ ਪਰ ਇਹ ਪਾਰਕ ਇੱਕ ਜੰਗਲ ਦਾ ਰੂਪ ਲੈ ਚੁੱਕਿਆ। ਇੱਥੇ ਸੁਧਾਰ ਕਿੰਨਾ ਕੁ ਕੀਤਾ ਹੈ, ਕਿੰਨਾ ਕੁ ਸਫਾਈ ਦਾ ਪ੍ਰਬੰਧ ਹੈ, ਉਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇੱਥੇ ਕਿੰਨੇ ਕੁ ਮਾੜੇ ਹਾਲਾਤ ਹਨ। ਇਸ ਪਾਰਕ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਸਾਡੇ ਪ੍ਰਸ਼ਾਸਨ ਵੱਲੋਂ ਕਿੰਨੀ ਕੁ ਜ਼ਿਆਦਾ ਅਣਦੇਖੀ ਕੀਤੀ ਗਈ ਹੈ ਇਸ ਏਰੀਏ ਦੀ ਕਿ ਇੱਥੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਕਦੇ ਕੋਈ ਬਾਤ ਨਹੀਂ ਪੁੱਛਦਾ ਤੇ ਨਾ ਹੀ ਅਗਰ ਜੇ ਉਹ ਜਾਂਦੇ ਵੀ ਹਨ ਤੇ ਉਹਨਾਂ ਦੀ ਕਦੇ ਵੀ ਗੱਲ
ਨਹੀਂ ਸੁਣੀ ਗਈ। ਤੇ ਇੱਥੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਬਿਲਕੁਲ ਹੀ ਕੱਟ ਕਰ ਦਿੱਤਾ ਗਿਆ ਹੈ। ਉਹਨਾਂ ਨੂੰ ਲੱਗਦਾ ਹੀ ਨਹੀਂ ਹੈ ਕਿ ਉਹ ਇਸ ਅੰਮ੍ਰਿਤਸਰ ਦੇ ਵਸਨੀਕ ਹਨ, ਜੋ ਕਿ ਇੱਥੇ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਦੀ ਗੱਲ ਕਰੀਏ ਜਾਂ ਵੋਟਾਂ ਮੰਗਣ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਹਿਣਾ ਹੈ ਨਾ ਤੇ ਵੋਟ ਮੰਗਣ ਆਉਂਦੇ ਹਨ ਤੇ ਨਾ ਹੀ ਸਾਡੀ ਕਿਸੇ ਗੱਲ ਦੀ ਬਾਤ ਸੁਣਦੇ ਹਨ ਤੇ ਨਾ ਹੀ ਸਾਡੀ ਕਿਸੇ ਸਮੱਸਿਆ ਦਾ ਹੱਲ ਕੀਤਾ ਜਾਂਦਾ ਹੈ। ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਇਹ ਬਿਲਡਿੰਗ ਦੇ ਥੱਲੇ ਦੀ ਜ਼ਮੀਨ ਕਿਸ ਤਰ੍ਹਾਂ ਥੱਲੇ ਧੱਸਦੀ ਜਾ ਰਹੀ ਹੈ। ਲਗਭਗ 1.5 ਤੋਂ 2 ਫੁੱਟ ਥੱਲੇ ਧੱਸ ਗਈ ਹੈ ਜ਼ਮੀਨ, ਜੋ ਤੁਸੀਂ ਦੇਖ ਸਕਦੇ ਹੋ। ਤੇ ਇਸ ਬਿਲਡਿੰਗ ਦੀ ਕਿੰਨੀ ਕੁ ਮਜ਼ਬੂਤੀ ਹੋਏਗੀ, ਇੱਥੇ ਰਹਿਣ ਵਾਲੇ ਬੰਦੇ ਕਿੰਨੇ ਕੁ ਸੁਰੱਖਿਅਤ ਹੋਣਗੇ ਕਿ ਇਹਨਾਂ ਨੂੰ ਇੱਕ ਸੁਰੱਖਿਅਤ ਛੱਤ ਦੀ ਜ਼ਰੂਰਤ ਨਹੀਂ ਹੈ, ਕਿ ਇਹ ਭਾਰਤ ਦੇ ਨਾਗਰਿਕ ਨਹੀਂ ਹਨ, ਕਿ ਇਹ ਪੰਜਾਬ ਦੇ ਅੰਮ੍ਰਿਤਸਰ ਦੇ ਵਸਨੀਕ ਨਹੀਂ ਹਨ, ਕਿ ਇਹ ਨਵਜੋਤ ਸਿੰਘ ਸਿੱਧੂ ਦੇ ਏਰੀਏ ਦੇ ਨਾਗਰਿਕ ਨਹੀਂ ਹਨ, ਕਿ ਇਹਨਾਂ ਨੂੰ ਆਪਣੇ ਹੱਕ ਦੀ ਲੋੜ ਨਹੀਂ ਹੈ, ਕਿ ਇਹਨਾਂ ਨੂੰ ਆਪਣਾ ਹੱਕ ਨਹੀਂ ਮਿਲਣਾ ਚਾਹੀਦਾ। ਪਰ ਨਹੀਂ, ਲੋਕਾਂ ਦਾ ਕਹਿਣਾ ਹੈ ਕਿ ਇੱਥੇ ਨਾ ਤੇ ਕੋਈ MP ਆਂਦਾ, ਨਾ MLA ਤੇ ਨਾ ਹੀ ਕਾਉਂਸਲਰ, ਮਤਲਬ ਕਿ ਇੱਥੇ ਇਸ ਏਰੀਏ ਨੂੰ ਬਿਲਕੁਲ ਹੀ ਕੱਟ ਦਿੱਤਾ ਗਿਆ ਹੈ। ਕਿ ਤੁਸੀਂ ਇਸ ਤੋਂ ਪਹਿਲਾਂ ਆਪਣੇ ਏਰੀਏ ਦੇ ਵਿੱਚ ਕਿਸੇ ਦਾ ਦੇਖਿਆ ਚੋਣ ਪ੍ਰਚਾਰ ਕਰਦੇ ਜਾਂ ਕੋਈ ਪਾਰਟੀ ਆਈ? ਨਹੀਂ ਜੀ, ਕੋਈ ਨਹੀਂ ਆਈ। ਤੇ ਤੁਸੀਂ ਵੋਟ ਕਿਹਨੂੰ ਪਾਉਂਦੇ ਹੋ? ਵੋਟ ਜਿਹੜਾ ਵੀ ਆਉਂਦਾ ਵੋਟ ਤੇ ਲੈ ਹੀ ਜਾਂਦੇ ਅਗਲੇ। ਵੋਟ ਮੰਗਣ ਆਇਆ ਕੋਈ? ਵੋਟ ਮੰਗਣ ਵੋਟਾਂ ਦੇ ਟਾਈਮ ਤੇ ਆਉਂਦੇ, ਅੱਗੋਂ ਪਿੱਛੋਂ ਨਹੀਂ ਕੋਈ ਵੀ ਆਉਂਦਾ। ਵੋਟਾਂ ਦੇ ਟਾਈਮ ਤੇ ਇਸ ਤੋਂ ਪਹਿਲਾਂ ਕੋਈ ਆਇਆ ਵੋਟ ਮੰਗਣ ਨੂੰ? ਨਾ ਹਾਲੇ ਨਹੀਂ ਕੋਈ ਵੀ ਆਇਆ। ਤੇ ਵੋਟਾਂ ਦੇ ਟਾਈਮ ਤੇ ਹੀ ਵੋਟ ਮੰਗਣ ਆਉਂਦੇ ਆ, ਅੱਗੇ ਪਿੱਛੇ ਕੋਈ ਨਜ਼ਰ ਨਹੀਂ ਆਉਂਦਾ, ਇਹਨਾਂ ਦਾ ਕਹਿਣਾ ਹੈ। ਤੇ ਆਪਾਂ ਇੱਥੇ ਹੋਰ ਵੀ ਬੈਠੇ ਆ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਤੁਸੀਂ ਇੱਥੇ ਦੇਖਿਆ ਪਹਿਲਾਂ ਕਿ ਇਹ ਚੋਣ ਪ੍ਰਚਾਰ ਜਾਂ ਪਾਰਟੀ ਕਿਸੇ ਨੇ ਵੋਟ ਮੰਗਣ ਆਇਆ ਹੋਵੇ ਕੋਈ ਤੁਹਾਡੇ ਕੋਲ? ਹੁਣ ਆਉਂਦੇ ਤੇ ਹੈਗੇ ਭਰਾਵਾ। ਹੁਣ ਵੋਟ ਕਿਹਨੂੰ ਪਾਉਂਦੇ ਹੋ? ਵੋਟ ਤੇ ਹੁਣ ਇੱਥੋਂ ਦੀਆਂ ਤੇ ਵੋਟਾਂ ਸਾਡੀਆਂ ਨਹੀਂ, ਅਸੀਂ ਤੇ ਪਿੰਡ ਦੀਆਂ ਵਾਂ। ਜਿਹੜਾ ਸਾਨੂੰ ਆਸਰਾ ਦੇਵੇ ਉਹਨੂੰ ਅਸੀਂ ਆਸਰਾ ਦਿੰਦੇ ਆ, ਜਿਹੜਾ ਸਾਨੂੰ ਨਾ ਆਸਰਾ ਦੇਵੇ ਅਸੀਂ ਉਹਨੂੰ ਨਹੀਂ ਆਸਰਾ ਦਿੰਦੇ। ਇੱਥੇ ਦੀ ਜਿਹੜੀ ਤੁਹਾਡੀ ਹੁਣ ਜ਼ਮੀਨੀ ਸਤਰ ਤੇ ਦੇਖਿਆ ਜਾਵੇ ਇਹ ਸਮੱਸਿਆ ਤੁਸੀਂ ਪਹਿਲਾਂ ਕਿਤੇ MP MLA ਜਾਂ ਕੌਂਸਲਰ ਨੂੰ ਕਹੀ ਹੈ? ਨਹੀਂ ਕੀ ਆਂਦਾ ਵੀ ਕੋਈ ਗੱਲ ਕਹੀ ਨਹੀਂ, ਮੈਂ ਕਿਹਾ ਅਸੀਂ ਅਸੀਂ ਨਹੀਂ ਕਰੀ ਕੋਈ ਕਿਸੇ ਨੂੰ ਗੱਲ ਕਹੀ, ਕੋਈ ਆਵੇ ਜਾਵੇ, ਕੋਈ ਦਵੇ ਨਾ ਦਵੇ ਤਾਂ ਵੀ ਨਹੀਂ। ਇਹ ਤੁਸੀਂ ਦੇਖ ਰਹੇ ਹੋ ਗਰਾਊਂਡ ਰਿਪੋਰਟ। ਇੱਥੇ ਦੇ ਲੋਕਾਂ ਦਾ ਕਿਸ ਤਰ੍ਹਾਂ ਦਾ ਕਹਿਣਾ ਹੈ ਕਿ ਇੱਥੇ ਕਿਸੇ ਨੇ ਵੀ ਸਾਰ ਨਹੀਂ ਲਈ। ਤੇ ਤੁਸੀਂ ਇੱਥੇ ਦੀ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੇ ਕੇ ਮਾੜੇ ਹਾਲਾਤ ਹਨ ਇਸ ਏਰੀਆ ਦੇ ਵਿੱਚ। ਇਹ ਏਰੀਆ ਅੰਮ੍ਰਿਤਸਰ ਦਾ ਹੀ ਹੈ, ਇੱਥੇ ਦੇ ਵਸਨੀਕ ਵੀ ਅੰਮ੍ਰਿਤਸਰ ਦੇ ਹਨ, ਪਰ ਇਸ ਦੀ ਅਣਦੇਖੀ ਕੀਤੀ ਗਈ ਹੈ। ਨਗਰ ਸੁਧਾਰ ਟਰਸਟ ਵੱਲੋਂ ਇਸ ਦੀ ਅਣਦੇਖੀ ਕੀਤੀ ਗਈ ਹੈ, ਇੱਥੋਂ ਦੇ ਪੋਲੀਟੀਕਲ ਅਦਾਰਿਆਂ ਵੱਲੋਂ ਇਸ ਦੀ ਅਣਦੇਖੀ ਕੀਤੀ ਗਈ ਹੈ, ਇੱਥੋਂ ਦੇ ਸਰਮਾਇਆਂ ਵੱਲੋਂ, ਜੋ ਕਿ ਇਸ ਏਰੀਏ ਨੂੰ ਨਾ ਤਾਂ ਡਿਵੈਲਪ ਕੀਤਾ ਗਿਆ ਤੇ ਨਾ ਹੀ ਇੱਥੇ ਦੇ ਲੋਕਾਂ ਦੀ ਕੋਈ ਬਾਤ ਪੁੱਛੀ ਗਈ, ਨਾ ਹੀ ਇੱਥੇ ਦੇ ਲੋਕਾਂ ਦੀ ਸਾਰ ਕੀਤੀ ਗਈ। ਤੇ ਐਸੀ ਗਰਾਊਂਡ ਰਿਪੋਰਟਿੰਗ ਜੋ ਕਿ ਆਪਾਂ ਤੁਹਾਨੂੰ ਦਿਖਾਇਆ ਹੈ, ਇੱਕ ਅੰਮ੍ਰਿਤਸਰ ਦਾ ਅਜਿਹਾ ਏਰੀਆ ਜਿਸ ਦੇ ਵਿੱਚ ਨਾ ਤੇ ਇਲੈਕਸ਼ਨ ਦੇ ਦੌਰ ਤੇ ਵੀ ਕੋਈ ਵੋਟ ਮੰਗਣ ਆਉਂਦਾ ਹੈ ਤੇ ਨਾ ਹੀ ਕੋਈ ਇੱਥੇ ਦੀ ਬਾਤ ਪੁੱਛਣ ਆਉਂਦਾ ਹੈ। ਇੱਥੇ ਦੇ ਲੋਕ ਰਹਿੰਦੇ ਹਨ ਜਿਸ ਤਰ੍ਹਾਂ ਵੀ ਗੁਜ਼ਰ ਬਸਰ ਕਰਦੇ ਹਨ, ਪਰ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਉਹ ਅੰਮ੍ਰਿਤਸਰ ਦੇ ਵਸਨੀਕ ਹਨ ਕਿ ਨਹੀਂ। ਇਹ ਹੈ ਅੰਮ੍ਰਿਤਸਰ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਏਰੀਆ ਜਿੱਥੇ ਕਿ ਕੋਈ ਵੀ ਪੋਲੀਟੀਕਲ ਪਾਰਟੀ ਇਹਨਾਂ ਵੱਲ ਦੇਖਦੀ ਨਹੀਂ ਹੈਗੀ, ਨਾ ਤੇ ਨਗਰ ਸੁਧਾਰ ਟਰਸਟ ਦੇਖਦਾ ਹੈਗਾ ਇਹਨਾਂ ਦਾ ਏਰੀਆ ਕਿਸ ਤਰ੍ਹਾਂ, ਕਿੰਨੀਆਂ ਕਿ ਪਰੇਸ਼ਾਨੀਆਂ ਹਨ, ਜੋ ਕਿ ਇਹਨਾਂ ਦੀ ਗੱਲ ਸੁਣਨ ਵਾਲਾ ਕੋਈ ਵੀ ਨਹੀਂ ਹੈ। ਤੇ ਲਾਈਵ ਭਾਰਤ ਦੀ ਇਹ ਗਰਾਊਂਡ ਰਿਪੋਰਟਿੰਗ ਸੀ, ਜਿੱਥੇ ਆਪਾਂ ਤੁਹਾਨੂੰ ਦਿਖਾਇਆ ਕਿ ਲੋਕਾਂ ਦਾ ਜ਼ਮੀਨੀ ਸਤਰ ਤੇ ਕਿਸ ਤਰ੍ਹਾਂ ਦਾ ਜੀਵਨ ਸਤਰ ਹੈ ਤੇ ਉਹ ਕਿਸ ਤਰ੍ਹਾਂ ਸਰਕਾਰ ਤੋਂ ਉਮੀਦ ਲੈ ਕੇ ਬੈਠੇ ਹਨ। ਪਰ ਇੱਥੇ ਆਉਣ ਵਾਲੀ ਸਰਕਾਰ ਜਾਂ ਮੌਜੂਦਾ ਸਰਕਾਰ ਕੀ ਕਰਦੀ ਹੈ ਉਹ ਤੇ ਸਰਕਾਰ ਹੀ ਜਾਣੇ। ਲਾਈਵ ਭਾਰਤ ਦੀ ਗਰਾਊਂਡ ਰਿਪੋਰਟਿੰਗ ਨਾਲ ਬਣੇ ਰਹੋ। ਅਸੀਂ ਹੋਰ ਤੁਹਾਨੂੰ ਨਵੀਂ ਖਬਰ ਦੇ ਨਾਲ ਰੂਬਰੂ ਹੋਵਾਂਗੇ। ਸੁਖਵਿੰਦਰ ਸਿੰਘ ਕੈਮਰਾਮੈਨ ਦੇ ਨਾਲ ਕੈਲਾਸ਼ ਪ੍ਰਜਾਪਤੀ ਦੀ ਰਿਪੋਰਟ।